पंजाब मेल टीवी यूएसए देख रहे सारे दर्शकों का मेरे यानी तेजपाल सिंह मनहास वालों स्वागत है। लैके हाज़र हाँ अज का प्रोग्राम खबर जंक्शन। खबर जंक्शन दे विच असीं खबरां दे अंदरली खबर जानने की कोशिश करते हैं। जिद्दां आपां सारे जानते हैं भी अजकल पंजाब दे विच किसान संघर्ष जिहड़ा मगिया होया ते बाकी SGPC वाल भी थोड़ा जिहा जावांगे ते भाई जी रणजीत सिंह खालसा जिहड़े कि साबका अकाल तख्त साहब के जथेदार साहब ने उन्होंने भी कुछ गल्लां कीतियां, उहदे बारे भी गल करांगे। पर सब तो पहलां जिन्हां नाल इह गल्लां करांगे ते जिहड़े साडे जंक्शन ते आके बैठे ने उन्हां दा आपां स्वागत करिए। सरदार नरिंदर सिंह सत्ती साहब, तुहाडा बहुत बहुत स्वागत है जी। जी तेजपाल जी धन्यवाद। सत्ती साहब, किसान संघर्ष पता ही आ, सारी दुनिया नूं पता लग गया भी हाँ दे देश के होर हिस्सिਆਂ होया जी ਉਹਦੇ ਵਿੱਚ ਪਹਿਲਾਂ ਇਹਨਾਂ ਨੇ ਇੱਕ ਸੱਦਾ ਭੇਜਿਆ 77 ਲੈਵਲ ਤੋਂ ਆਇਆ ਸੈਂਟਰਲ ਗਵਰਨਮੈਂਟ ਤੋਂ। ਉਹ ਸੱਦਾ ਜਿਹੜਾ ਸੀਗਾ ਉਹ ਇਦਾਂ ਸੀਗਾ ਵੀ ਜਿੱਦਾਂ ਉਹਨੇ ਸੱਦਿਆ ਵੀ ਆ ਜਾਓ ਬਹਿ ਕੇ ਚਾਹ ਪਾਣੀ ਪੀਨੇ ਆ, ਹੱਸਾਂ ਖੇਡਾਂਗੇ ਤੇ ਤੁਸੀਂ ਵਾਪਸ ਚਲ ਜਿਓ। ਹੁਣ ਉਹ ਕਿਸਾਨਾਂ ਨੇ ਨਾ ਕਰਤੀ, ਹੁਣ ਨਵਾਂ ਸੱਦਾ ਪੱਤਰ ਆ ਗਿਆ, ਇਹਦੇ ਬਾਰੇ ਦੱਸੋ ਜੀ। ਪਹਿਲਾਂ ਤਾਂ ਆਪਾਂ ਸੱਦਾ ਪੱਤਰ ਦੀ ਗੱਲ ਕਰਦੇ ਹਾਂ ਜੀ। ਦੇਖੋ ਇਸ ਵੇਲੇ ਕਹਿੰਦੇ ਆ ਵੀ ਜਿਹੜਾ ਪੰਜਾਬ ਆ ਨਾ, ਪੰਜਾਬ ਸੂਰਬੀਰਾਂ ਦੀ ਕਰਮ ਭੂਮੀ ਹੈ। ਸਾਡਾ ਦੇਸ਼ ਹੀ ਸਾਰਾ ਸੂਰਬੀਰਾਂ ਦੀ ਕਰਮ ਭੂਮੀ ਹੈ। ਪਰ ਪੰਜਾਬ ਦੇ ਜੰਮਿਆਂ ਨੂੰ ਕਹਿੰਦੇ ਸੀ ਨਿਤ ਮਹਿਮਾ, ਹਰ ਹਮਲਾਵਰ ਸਵਾਏ ਗੋਰਿਆਂ ਨੂੰ ਛੱਡ ਕੇ ਪੰਜਾਬ ਦੇ ਵਿੱਚ ਹੀ ਬਾਕੀ ਹਿੰਦੁਸਤਾਨ ਨੂੰ ਲੰਘਦਾ ਸੀ ਤੇ ਪੰਜਾਬੀ ਉਹਨਾਂ ਦੇ ਦੰਦ ਖੱਟੇ ਕਰਦੇ ਸੀ। ਹੁਣ ਜੇ ਕਿਸਾਨ ਜਿਹੜਾ ਦੇਸ਼ ਦਾ ਅੰਨਦਾਤਾ ਜਿਹਨੂੰ ਆਪਾਂ ਕਹਿੰਦੇ ਆ, ਜੇ ਉਹ ਸੰਕਟ ਵਿੱਚ ਆ ਜਾਂ ਕਿਸਾਨ ਦੇ ਜਿਹੜੇ ਖਦਸ਼ੇ ਨੇ ਉਹਨਾਂ ਖਦਸ਼ਿਆਂ ਨੂੰ ਲੈ ਕੇ ਅੱਜ ਕਿਸਾਨ ਇਕੱਲਾ ਹੀ ਕਿਸਾਨ ਨਹੀਂ, ਉਹਦਾ ਸਾਰਾ ਪਰਿਵਾਰ ਹੀ ਸੜਕਾਂ ਦੇ ਉੱਤੇ ਹੈਗਾ। ਤੇ ਕੇਂਦਰ ਦਾ ਜਿਹੜਾ ਰਵੱਈਆ ਆ ਉਹ ਇੱਕ ਤਰ੍ਹਾਂ ਦਾ ਹੁਣ ਤੱਕ ਜੋ ਦੇਖਣ 'ਚ ਆ ਰਿਹਾ ਹੈ ਉਹ ਅੜੀਅਲ ਕਿਸਮ ਦਾ ਆ ਵੀ ਕੋਈ ਗੱਲ ਨਹੀਂ ਬੈਠੇ ਰਹਿਣ, ਕੀ ਕਰ ਲੈਣਗੇ। ਜਦੋਂ ਲੋਕ ਆਪਣੀ ਆਈ ਤੇ ਆ ਜਾਣ ਤਾਂ ਫੇਰ ਕੁਛ ਵੀ ਹੋ ਸਕਦਾ ਹੁੰਦਾ। ਅੱਜ ਕਿਸਾਨ ਜਿਹੜੇ ਆ ਉਹ ਆਰ ਪਾਰ ਦੀ ਲੜਾਈ ਘਰੋਂ ਨਿਕਲੇ ਹੋਏ ਨੇ। ਪਹਿਲਾਂ ਤਾਂ ਸੱਦਾ ਮਿਲਦਾ ਜਿਹੜੇ ਹਿੰਦੁਸਤਾਨ ਦੇ ਖੇਤੀਬਾੜੀ ਸਕੱਤਰ ਨੇ, ਐਗਰੀਕਲਚਰਲ ਸੈਕਟਰੀ ਆਫ ਇੰਡੀਆ, ਉਹ ਰਾਕੇਸ਼ ਅਗਰਵਾਲ ਜੀ ਕਹਿੰਦੇ ਆ ਸੱਦਾ ਕੀ ਆ, ਕਿਸੇ ਸਰਕਾਰ ਵੱਲੋਂ ਉਹ ਸੱਦਾ ਨਹੀਂ, ਉਹ ਇੱਕ ਈਮੇਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਭੇਜਦੇ ਨੇ ਵੀ ਫਲਾਂ ਤਰੀਕ ਨੂੰ 10 ਤਰੀਕ ਨੂੰ ਕਮਰਾ ਨੰਬਰ 142 ਕ੍ਰਿਸ਼ੀ ਭਵਨ ਦੇ ਵਿੱਚ ਇੱਕ ਕਾਨਫਰੰਸ ਹੋ ਰਹੀ ਆ ਤੇ ਉਹਦੇ ਚ ਆਣ ਕੇ ਸ਼ਾਮਲ ਹੋਵੋ ਤੇ ਮੈਂ ਤੁਹਾਨੂੰ ਇਹ ਸੱਦਾ ਦਿੰਦਾ ਹੈਗਾ। ਕਾਨਫਰੰਸ ਹੋਣਾ ਗੱਲਬਾਤ ਦਾ ਸੱਦਾ ਹੁੰਦਾ ਹੈ, ਠੀਕ ਹੈ। ਹੁਣ ਜਿਹੜਾ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਹੈਗਾ ਉਹਦੇ ਸਕੱਤਰ ਜਿਹੜੇ ਨੇ ਸੰਜੇ ਅਗਰਵਾਲ ਜੀ, ਹੁਣ ਉਹਨਾਂ ਵੱਲੋਂ ਬਕਾਇਦਾ ਸੱਦਾ ਹੈਗਾ ਵੀ ਇਹ ਸਰਕਾਰ ਵੱਲੋਂ ਗੱਲਬਾਤ ਲਈ ਸੱਦਾ ਹੈਗਾ। ਸੰਖੇਪ 'ਚ ਹੀ ਮੇਲ ਹੈਗੀ ਹੈ ਔਰ ਜਿਹੜਾ ਉਹਨਾਂ ਕੇਂਦਰ ਵੱਲੋਂ ਸੱਦਾ ਆਇਆ ਹੈਗਾ। ਕਿਸਾਨ ਜਥੇਬੰਦੀਆਂ ਇਸ ਵੇਲੇ ਕੀ ਹੈ ਵੀ 15 ਨੂੰ ਉਹਨਾਂ ਨੇ ਪਹਿਲਾਂ ਮੀਟਿੰਗ ਰੱਖੀ ਸੀ। ਪੰਜਾਬ ਸਰਕਾਰ ਬਾਰ-ਬਾਰ ਕਹਿ ਰਹੀ ਆ ਵੀ ਘੱਟੋ ਘੱਟ ਜਿਹੜਾ ਲਾਂਘਾ ਹੈਗਾ, ਰੇਲ ਗੱਡੀਆਂ ਜਿਹੜੀਆਂ ਮਾਲ ਗੱਡੀਆਂ ਨੇ ਉਹਨਾਂ ਨੂੰ ਲਾਂਘਾ ਦੇ ਦਿੱਤਾ ਜਾਵੇ, ਕਿਉਂਕਿ ਇੱਥੇ ਕੋਲੇ ਦੀ ਕਮੀ ਪੈਦਾ ਹੋ ਰਹੀ ਹੈ ਔਰ ਨਾਲ ਹੀ ਜਿਹੜੀਆਂ ਖਾਦਾਂ ਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਆ ਉਹ ਰੁਕੀ ਹੋਈ ਆ। ਤੇ ਕਿਸਾਨਾਂ ਨੇ ਜਿਹੜਾ ਹੁਣ ਮੀਟਿੰਗ ਸੱਦੀ ਹੈ ਆਪਣੀ, ਉਸ ਤੋਂ ਬਾਅਦ ਉਹ ਦੇਖਣਗੇ। ਇਹਦੇ ਨਾਲ ਤੇਜਪਾਲ ਜੀ ਪੰਜਾਬ ਸਰਕਾਰ ਵੱਲੋਂ ਵੀ ਸੱਦਾ ਮਿਲਿਆ ਹੈਗਾ, ਉਹ ਵੀ 13 ਤਰੀਕ ਦਾ ਆ, ਠੀਕ ਹੈ। 13 ਤਰੀਕ ਦੇ ਸੱਦੇ 'ਚ ਕੀ ਹੈ ਵੀ ਰਾਜਾ ਸਾਹਿਬ ਨੇ 3 ਮੰਤਰੀਆਂ ਦੀ 3 ਵਜ਼ੀਰਾਂ ਦੀ ਇੱਕ ਕਮੇਟੀ ਬਣਾਈ ਆ ਜਿਹੜੀ ਸਰਕਾਰ ਵੱਲੋਂ ਕਿਸਾਨਾਂ ਦੇ ਨਾਲ ਗੱਲਬਾਤ ਕਰੂਗੀ। ਸੋ ਇਹ ਹੁਣ ਦੇਖਣ ਵਾਲੀ ਗੱਲ ਆ ਵੀ ਇਸ ਵੇਲੇ ਜਿਹੜਾ ਆਉਣ ਵਾਲੇ 2-3 ਦਿਨ ਨੇ ਉਹਨਾਂ ਦੇ ਵਿੱਚ ਕੀ ਹੁੰਦਾ ਹੈਗਾ। ਪਰ ਮੈਂ ਇਹਦੇ ਨਾਲ ਹੀ ਇੱਕ ਗੱਲ ਜੋੜਨੀ ਚਾਹੂੰਗਾ ਵੀ ਕਿਸਾਨ ਜਥੇਬੰਦੀਆਂ ਜਿਹੜੀਆਂ ਆ ਉਹ ਸਮਕਾਲ ਨੂੰ, ਸਾਡੇ ਵਰਤਮਾਨ ਨੂੰ, ਸਾਡੇ ਇਤਿਹਾਸ ਨਾਲ ਜੋੜ ਕੇ ਵੀ ਦੇਖਣ ਲੱਗ ਪਈਆਂ। ਉਹਦੇ 'ਚ ਇੱਕ ਕਿਰਤੀ ਕਿਸਾਨ ਯੂਨੀਅਨ ਆ, ਉਹਨਾਂ ਨੇ ਕਿਹਾ ਵੀ ਜਿਵੇਂ ਉਹਨਾਂ ਦੇ ਪ੍ਰਧਾਨ ਨੇ ਨਿਰਭੈ ਸਿੰਘ ਢੁੱਡੀਕੇ ਹੋਰੀ, ਉਹ ਕਹਿੰਦੇ ਵੀ ਬਾਬਾ ਬੰਦਾ ਸਿੰਘ ਬਹਾਦਰ ਮਹਾਨਾਇਕ ਹੋਏ ਨੇ ਸਿੱਖ ਇਤਿਹਾਸ ਦੇ, ਜਿਨ੍ਹਾਂ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਈ ਸੀ। 10ਵੇਂ ਪਾਤਸ਼ਾਹ ਤੋਂ ਥਾਪੜਾ ਲੈ ਕੇ ਉਹ ਮੈਦਾਨ 'ਚ ਨਿਤਰੇ ਸੀ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ ਸੀ ਉਹਨਾਂ ਨੇ ਔਰ ਉਹ ਉਦੋਂ ਵੀ ਜ਼ਗੀਰਦਾਰੀ ਸਿਸਟਮ ਸੀਗਾ। ਅੱਜ ਆਪਾਂ ਜਿਹੜੇ ਕਿਸਾਨ ਆ ਆਪਾਂ ਉਦੋਂ ਮੁਜ਼ਾਹਰਿਆਂ ਵਾਂਗੂ ਆਪਣੀਆਂ ਜ਼ਮੀਨਾਂ ਤੇ ਕੰਮ ਕਰਦੇ ਸੀ
ਤੇ ਜ਼ਗੀਰਦਾਰ ਸਾਨੂੰ ਸਾਡੀ ਲੋੜ ਮੁਤਾਬਕ ਤਾਂ ਨਹੀਂ ਪਈ ਆਪਣੀ ਮਰਜ਼ੀ ਮੁਤਾਬਕ ਸਾਨੂੰ ਅੰਨ-ਦਾਣਾ ਦਿੰਦੇ ਹੁੰਦੇ ਸੀ। ਬਿਲਕੁਲ ਸਹੀ ਗੱਲ। ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਆ, ਉਹਨਾਂ ਨੇ ਉਹਨਾਂ ਤੋਂ ਜ਼ਮੀਨਾਂ ਛੁਡਾ ਕੇ ਮਜ਼ਾਰਿਆਂ ਨੂੰ ਹਾਕਮ ਬਣਾਇਆ ਸੀ, ਮਜ਼ਾਰਿਆਂ ਨੂੰ ਮਾਲਕ ਬਣਾਇਆ ਸੀ। ਸੋ ਕਿਰਤੀ ਕਿਸਾਨ ਯੂਨੀਅਨ ਜਿਹੜੀ ਆ ਉਹ ਕਹਿੰਦੀ ਵੀ ਜਿਹੜੀ 350 ਸਾਲਾ ਜਨਮ ਸ਼ਤਾਬਦੀ ਆ ਮਹਾਨਾਇਕ ਬਾਬਾ ਬੰਦਾ ਸਿੰਘ ਬਹਾਦਰ ਦੀ, ਉਹਨੂੰ ਅਸੀਂ ਵੱਡੇ ਪੱਧਰ ਤੇ ਮਨਾਵਾਂਗੇ। ਤੇ 4 ਕਾਨਫਰੰਸਾਂ ਉਹਨਾਂ ਨੇ ਰੱਖੀਆਂ ਹੈਗੀਆਂ ਨੇ। ਉਹ ਕਾਨਫਰੰਸਾਂ 26 ਤੇ 27 ਨਵੰਬਰ ਦੀਆਂ ਨੇ। 26 ਨੂੰ ਤਾਂ ਦੀਨਾ ਸਾਹਿਬ, ਦੀਨਾ ਕਾਂਗੜ ਜਿਹਨੂੰ ਆਪਾਂ ਕਹਿੰਦੇ ਆ, ਬਠਿੰਡੇ ਲਾਗੇ ਕਹਿ ਲਓ, ਤੇ ਉਸੇ ਦਿਨ ਰਾਹੋਂ ਹੈ। ਤੇ 27 ਨੂੰ ਸਰਹਿੰਦ ਜਿਹੜੀ ਹੈ ਫਤਿਹਗੜ੍ਹ ਸਾਹਿਬ ਚ ਕਹਿ ਲਓ ਜਾਂ ਸਰਹਿੰਦ ਕਹਿ ਲਓ। ਔਰ ਉਸ ਤੋਂ ਇਲਾਵਾ ਜਿਹੜੀ ਗੁਰਦਾਸ ਨੰਗਲ ਗੁਰਦਾਸਪੁਰ ਦੇ ਵਿੱਚ ਹੈ, ਗੜੀ ਜਿੱਥੇ ਸੀ ਬਾਬਾ ਬੰਦਾ ਸਿੰਘ ਬਹਾਦਰ, ਜਿੱਥੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਠੀਕ ਹੈ। ਤੇ ਇਹ 4 ਕਾਨਫਰੰਸਾਂ 2 ਦਿਨਾਂ ਚ ਦੋ ਥਾਈਂ ਹੋ ਰਹੀਆਂ ਨੇ। ਸੋ ਅੱਜ ਸਾਡੇ ਵਰਤਮਾਨ ਨੂੰ, ਸਮਕਾਲ ਨੂੰ ਕਿਸਾਨ ਜਿਹੜੇ ਨੇ ਉਹ ਆਪਣੇ ਅਤੀਤ ਨਾਲ ਜੋੜ ਕੇ ਵੀ ਦੇਖਣ ਲੱਗ ਪਏ ਨੇ। ਠੀਕ ਹੈ। ਸੋ ਇਸ ਤਰ੍ਹਾਂ ਦੀ ਮੌਜੂਦਾ ਸਥਿਤੀ ਹੈਗੀ ਜੀ। ਜਦੋਂ ਆਪਾਂ ਇਤਿਹਾਸਕ ਤੌਰ ਤੇ ਦੇਖਦੇ ਹਾਂ, ਅਸਲ ਦੇ ਵਿੱਚ ਜੋ ਇਤਿਹਾਸ ਕਹਿੰਦਾ ਉਹ ਤੇ ਇਹੀ ਕਹਿੰਦਾ ਹੈ ਵੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਹੁਣੀ ਜਿੱਦਾਂ ਅੱਗੇ ਵਧੇ ਪੰਜਾਬ ਵੱਲ ਨੂੰ, ਉਦਾਂ ਜ਼ਮੀਨਾਂ ਜਿਹੜੀਆਂ ਜੱਟਾਂ ਨੂੰ ਜਾਂ ਕਹਿ ਲਈਏ ਜਾਂ ਜ਼ਿਮੀਂਦਾਰਾਂ ਨੂੰ ਉਹਨਾਂ ਨੂੰ ਉਹ ਦਿੰਦੇ ਗਏ, ਜਿੰਨੇ ਚੋਂ ਖੇਤੀ ਕਰਦੇ ਹੁੰਦੇ ਦੀ ਮਾਲਕੀ ਦੇ। ਉਸ ਸਡੌਰੇ ਵਾਲੇ ਪਾਸਿਓਂ ਜਿਹੜਾ ਅੱਜ ਦਾ ਮਤਲਬ ਜ਼ਿਲ੍ਹਾ ਅੰਬਾਲਾ ਕਹਿ ਲਓ, ਅੱਜ ਦਾ ਹਰਿਆਣਾ ਕਹਿ ਲਓ, ਹਰਿਆਣੇ ਦਾ ਜ਼ਿਲ੍ਹਾ ਅੰਬਾਲਾ, ਉਧਰੋਂ ਜਿੱਧਰੋਂ ਵੀ ਉਹ ਆਪਣੇ ਪੰਜਾਬ ਦੇ ਵਿੱਚ ਦਾਖਲ ਹੁੰਦੇ ਨੇ ਤੇ ਨਾਲੋਂ ਨਾਲ ਉਹ ਜ਼ਮੀਨਾਂ ਖੋ ਕੇ ਉਹ ਮੁਜ਼ਾਰਿਆਂ ਨੂੰ ਵੰਡਦੇ ਗਏ। ਤੇ ਕਿਸਾਨ ਹੁਣ ਹੋਰ ਗੱਲ ਕਹਿ ਰਹੇ ਆ, ਉਹ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜੀਆਂ ਸਾਨੂੰ ਜ਼ਮੀਨਾਂ ਬਖਸ਼ੀਆਂ ਜੀ, ਉਹ ਜ਼ਮੀਨਾਂ ਜਿਹੜੀਆਂ ਮੋਦੀ ਸਾਹਿਬ ਦੇ ਸਾਥੀ ਜਿਹੜੇ ਉਹ ਸਾਡੇ ਤੋਂ ਖੋਹਣਾ ਚਾਹੁੰਦੇ। ਹਾਂ, ਉਹ ਜਿਹੜੇ ਕਾਰਪੋਰੇਟ ਘਰਾਣੇ ਆ, ਅੰਬਾਨੀਆਂ ਅਡਾਨੀਆਂ ਤੇ ਬਿਲਕੁਲ ਸੂਈ ਟਿਕੀ ਹੋਈ ਆ। ਸੋ ਉਹ ਅੱਜ ਹੁਣ 350 ਸਾਲ ਬਾਅਦ ਫੇਰ ਉਹਨਾਂ ਕੋਲੋਂ ਖੋਈਆਂ ਜਾ ਰਹੀਆਂ। ਠੀਕ ਹੈ। ਜਾਂ ਤਰਕੀਬਾਂ ਬਣਾਈਆਂ ਜਾ ਰਹੀਆਂ ਖੋਹਣ ਦੀਆਂ। ਜੀ। ਹੁਣ ਆਪਾਂ ਚੱਲੀਏ ਵਾਪਸ, ਜਿੱਦਾਂ ਤੁਸੀਂ ਕਿਹਾ ਵੀ ਉਹਨਾਂ ਨੇ ਪਹਿਲਾਂ ਜਿਹੜਾ ਸੱਦਾ ਪੱਤਰ ਸੀ ਉਹ ਠੁਕਰਾ ਦਿੱਤਾ, ਦੂਜਾ ਸੱਦਾ ਪੱਤਰ ਆ ਗਿਆ। ਪਹਿਲਾਂ ਤੇ ਉਹ ਕਹਿੰਦੇ ਸੀ ਵੀ ਉਦਾਂ ਹੀ ਆ ਜਿਓ। ਦੇਖੋ ਜਿਹੜਾ ਇਹ ਉਦਾਂ ਆਉਣ ਵਾਲਾ ਆ, ਇਹ ਸ਼ਾਇਦ ਸਮਾਂ ਲੰਘ ਨਹੀਂ ਚੁੱਕਾ, ਇਹ ਉਦਾਂ ਆਉਣ ਵਾਲਾ। ਤੁਸੀਂ ਪਹਿਲਾਂ ਕਿਸਾਨਾਂ ਨੂੰ ਮਿਲਦੇ, ਉਹਨਾਂ ਦੀਆਂ ਸਮੱਸਿਆਵਾਂ ਸੁਣਦੇ ਤੇ ਕੁਛ ਉਹਦਾ ਹੱਲ ਕਰਦੇ। ਨੌਬਤ ਆਉਣ ਦੀ ਲੋੜ ਨਹੀਂ ਸੀਗੀ। ਠੀਕ ਹੈ ਨਾ। ਸੋ ਜਿਹੜਾ ਕੇਂਦਰ ਸਰਕਾਰ ਦਾ ਰਵੱਈਆ ਆ, ਉਹ ਗੱਲਬਾਤ ਵਾਲੀ ਟੇਬਲ ਤੇ ਦੇਖੋ, ਆਪਾਂ ਪਹਿਲਾਂ ਵੀ ਗੱਲਾਂ ਕਰਦੇ ਹੁੰਦੇ ਆ ਵੀ ਜਿਹੜੇ ਤੇਜਪਾਲ ਜੀ, ਹਰ ਮਸਲੇ ਦਾ ਹੱਲ ਅੱਜ ਦੇ ਯੁੱਗ ਦੇ ਵਿੱਚ ਟੇਬਲ ਤੇ ਬੈਠ ਕੇ ਕੱਢਿਆ ਜਾਂਦਾ। ਠੀਕ ਹੈ। ਹਥਿਆਰਾਂ ਦੀ ਲੋੜ ਨਹੀਂ ਹੁੰਦੀ, ਦਹਿਸ਼ਤ ਦੀ ਲੋੜ ਨਹੀਂ ਹੁੰਦੀ, ਕਿਸੇ ਜਿਹੜੀਆਂ ਹੋਰ ਕਿਸਮ ਦੀਆਂ ਸਰਗਰਮੀਆਂ ਦੀ ਲੋੜ ਨਹੀਂ ਹੁੰਦੀ। ਠੀਕ ਹੈ ਨਾ। ਉਹ ਜਿਹੜੀਆਂ ਉਹੋ ਜਿਹੀਆਂ ਕਾਰਵਾਈਆਂ ਦੀ ਤਾਂ ਲੋੜ ਪੈਂਦੀ ਹੈ ਜਦੋਂ ਬਹੁਤ ਸਿਰਾਂ ਤੋਂ ਪਾਣੀ ਲੰਘਦੇ ਨੇ। ਹਰ ਮਸਲੇ ਦਾ ਹੱਲ ਜਿਹੜਾ ਗੱਲਬਾਤ ਹੈਗੀ ਆ, ਟੇਬਲ ਤੇ ਬੈਠ ਕੇ ਡਿਸਕਸ ਹੋ ਕੇ ਖਦਸ਼ੇ ਦੂਰ ਕੀਤੇ ਜਾਣ। ਠੀਕ ਹੈ। ਜੇ ਕਿਸਾਨਾਂ ਦੇ ਖਦਸ਼ੇ ਨਹੀਂ ਦੂਰ ਕੀਤੇ ਜਾਂਦੇ, ਉਹਨਾਂ ਨੂੰ ਧਿਰੇ ਨਹੀਂ ਬਣਾਇਆ ਗਿਆ ਆਰਡੀਨੈਂਸਾਂ ਵੇਲੇ, ਬਿੱਲ ਪਾਸ ਹੋਣ ਵੇਲੇ ਜਾਂ ਕਾਨੂੰਨ ਬਣਨ ਵੇਲੇ, ਠੀਕ ਹੈ, ਤੇ ਉਹਨਾਂ ਨੂੰ ਤੁਸੀਂ ਜਬਰੀ ਠੋਸੋਗੇ ਤਾਂ ਫਿਰ ਤਕਲੀਫ ਜਿਹੜੀ ਹੋਣੀ ਆ ਉਹ ਲਾਜ਼ਮੀ ਹੈ। ਹੁਣ ਇਹਦੇ ਵਿੱਚ ਸੱਤੀ ਸਾਹਿਬ ਇੱਕ ਗੱਲ ਹੋਰ ਹੈ। ਕੱਲ ਮੈਂ ਪੜ੍ਹ ਰਿਹਾ ਸੀਗਾ, ਦੇਖ ਰਿਹਾ ਸੀਗਾ ਸੋਸ਼ਲ ਮੀਡੀਆ ਦੇ ਉੱਤੇ, ਤੇ ਤਰੁਣ ਚੁੱਗ ਹੋਣਾ ਦਾ ਇੱਕ ਬਿਆਨ ਆਇਆ। ਉਹ ਉਹਨਾਂ ਨੇ ਕਿਹਾ, 2 ਗੱਲਾਂ ਕਹੀ, ਉਹਦੇ 'ਚ 2 ਗੱਲਾਂ ਆ। ਇੱਕ ਗੱਲ ਤੇ ਤਰੁਣ ਚੁੱਗ ਹੋਣਾ ਨੂੰ ਇਹ ਹੈ ਵੀ ਭਾਈ ਜਿਹੜੇ ਪੰਜਾਬ ਦੇ ਵਿੱਚ ਕਿਸਾਨ ਸੰਘਰਸ਼ ਦੀ ਪਿੱਛੇ ਲੁੱਕ ਕੇ ਉਹੀ ਅਰਬਨ ਨੈਕਸਲਾਈਟ ਜਿਹੜਾ ਪਿਛਲੇ ਕੁਝ ਸਾਲਾਂ ਤੋਂ ਆਪਾਂ ਬਹੁਤ ਸ਼ਬਦ ਸੁਣ ਰਹੇ ਹਾਂ, ਉਹ ਫੈਲਾਉਣ ਦੀ ਕੋਸ਼ਿਸ਼ ਹੋ ਰਹੀ ਆ। ਤੇ ਦੂਜਾ ਜਿਹੜਾ ਹੈਗਾ ਉਹ ਕਿਸਾਨ ਜਥੇਬੰਦੀਆਂ ਲਵਾਇਆ ਹੈ। ਕੱਲ ਇਹਨਾਂ ਦੀ ਮੁਕੇਰੀਆਂ ਰੈਲੀ ਸੀ ਬੀਜੇਪੀ ਦੀ, ਉਹਨਾਂ ਨੇ ਉਹ ਰੈਲੀ ਰੋਕ ਦਿੱਤੀ, ਬੀਜੇਪੀ ਨੂੰ ਰੈਲੀ ਉਹ ਬੰਦ ਕਰਨੀ ਪਈ। ਤੇ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਵੀ ਬੀਜੇਪੀ ਚਾਹੁੰਦੀ ਆ ਪੰਜਾਬ ਦਾ ਮਾਹੌਲ ਖਰਾਬ ਹੋਵੇ ਤਾਂ ਕਿ ਜਿੱਤ ਸਕਣ। ਦੇਖੋ, ਕਿਸੇ ਹੱਦ ਤੱਕ ਤਾਂ ਭਾਜਪਾ ਕੋਲ ਇਸ ਵੇਲੇ ਜਿਹੜੀ ਕੋਈ ਆਧਾਰ ਨਹੀਂਗਾ ਪੰਜਾਬ ਦੇ ਵਿੱਚ ਲੋਕਾਂ ਕੋਲ ਜਾਣ ਦਾ ਵੋਟਾਂ ਮੰਗਣ ਲਈ। ਵਪਾਰੀ ਤਬਕੇ ਦੀ ਬਹੁਤੀ ਪ੍ਰਤੀਨਿਧਤਾ ਕਰਦੀ ਆ ਸ਼ਹਿਰਾਂ ਦੇ ਵਿੱਚ, ਤੇ ਵਪਾਰੀ ਤਬਕਾ ਵੀ ਜਦੋਂ ਆਉਣ ਵਾਲੇ ਸਮਿਆਂ ਦੇ ਵਿੱਚ ਇਹ ਕਾਨੂੰਨ ਪੂਰੀ ਤਰ੍ਹਾਂ ਲਾਗੂ ਹੋਣਗੇ ਤਾਂ ਇਹਨਾਂ ਦੇ ਅਸਰ ਦਿਸਣਗੇ ਨਾ, ਉਦੋਂ ਇਹ ਪਤਾ ਲੱਗੇਗਾ ਵੀ ਕੇਸ ਭਾਅ ਵਿਕਦੀ ਆ। ਕਿਸਾਨਾਂ ਦੀ ਇਹ ਗੱਲ ਬਿਲਕੁਲ ਠੀਕ ਆ ਵੀ ਜਿਹੜੇ ਅਰਬਨ ਨੈਕਸਲਾਈਟ ਉਹ ਨਹੀਂ, ਅਰੁੰਧਤੀ ਰਾਏ ਹੋਰੀ ਜਾਂ ਮੇਧਾ ਪਾਟੇਕਰ ਹੋਰੀ ਹੈ ਨਹੀਂਗੇ, ਉਹ ਭਾਜਪਾ ਹੈਗੀ ਆ, ਮਾਹੌਲ ਨੂੰ ਉਹ ਵਿਗਾੜਨਾ ਚਾਹੁੰਦੀ ਹੈਗੀ। ਠੀਕ ਹੈ। ਤੇ ਆਪਾਂ ਇਹ ਕਹਿਣਾ ਚਾਹੁੰਦੇ ਹਾਂ ਵੀ ਦੇਖੋ, ਜਿਹੜਾ ਨਕਸਲਵਾੜੀ ਲਹਿਰ ਸੀ ਬੰਗਾਲ ਦੇ ਵਿੱਚੋਂ
ਨਕਸਲਵਾੜੀ ਲਹਿਰ ਸ਼ੁਰੂ ਹੁੰਦੀ ਆ, ਉਹ ਉੱਥੋਂ ਬਾਕੀ ਦੇਸ਼ ਦੇ ਵਿੱਚ ਫੈਲਦੀ ਆ। 60ਵੇਂ ਦੇ ਅਖੀਰ ਦੇ ਵਿੱਚ 68 69 'ਚ ਕਲਕੱਤੇ ਜਿਹੜਾ ਆ ਬਹੁਤ ਵੱਡਾ ਵਿਸ਼ਾਲ ਹੱਬ ਸੀ, ਔਰ ਅੱਜ ਤੱਕ ਦੀ ਸ਼ਾਇਦ ਸਭ ਤੋਂ ਵੱਡਾ ਉਹ ਲੋਕਾਂ ਦਾ ਇਕੱਠ ਹੋਇਆ ਹੋਵੇ। ਜਿਹੜੇ ਰੋਸ਼ਨ ਦਿਮਾਗ ਲੋਕ ਸੀ, ਨਕਸਲਵਾੜੀ ਕੋਈ ਅੱਤਵਾਦੀ ਨਹੀਂ ਸੀਗੇ, ਔਰ ਪੰਜਾਬ ਤੱਕ ਵੀ ਉਹਦਾ ਸੇਕ ਪੁੱਜਾ। ਪੰਜਾਬ ਦੇ ਵਿੱਚ ਵੀ ਨਕਸਲਾਈਟ ਮੂਵਮੈਂਟ ਉੱਠੀ ਆ, ਔਰ ਉਦੋਂ ਬਾਦਲ ਹੀ ਸੀਗੇ ਇਹਨੂੰ ਦਬਾਉਣ ਵਾਲੇ। ਅਸ਼ਵਨੀ ਕੁਮਾਰ ਹੋਰੀ ਪੁਲਿਸ ਦੇ ਮੁਖੀ ਸੀ BSF ਤੇ, ਤਾਂ ਜਿਹੜੀ ਬਾਦਲ ਸਾਹਿਬ ਮੁੱਖ ਮੰਤਰੀ ਸੀਗੇ। ਉਹਨਾਂ ਲੋਕਾਂ ਨੂੰ ਤੁਸੀਂ ਦੇਖੋ, ਉਹ ਲੋਕ ਕੀ ਕਹਿੰਦੇ ਸੀ, ਨਕਸਲਵਾੜੀ ਕੀ ਕਹਿੰਦੇ ਨੇ, ਉਹ ਕਹਿੰਦੇ ਭਈ ਪੈਦਾਵਾਰ ਦੇ ਸਾਧਨ ਜਿਹੜੇ ਆ ਉਹ ਥੋੜੇ ਜਿਹੇ ਹੱਥਾਂ 'ਚ ਸੀਮਤ ਨਹੀਂ ਹੋਣੇ ਚਾਹੀਦੇ। ਦੇਸ਼ ਦੀ ਜਿਹੜੀ ਸਾਰੀ ਧਨ ਦੌਲਤ ਹੈ ਉਹ ਥੋੜੇ ਜਿਹੇ ਹੱਥਾਂ ਦੇ ਵਿੱਚ ਹਰ ਇੱਕ ਨੂੰ ਉਹਦੀ ਲੋੜ ਮੁਤਾਬਕ ਮਿਲੇ। ਸੋ ਹਰ ਇੱਕ ਨੂੰ ਕਿੱਥੇ, ਅੱਧੇ ਹਿੰਦੁਸਤਾਨ ਦੇ ਵਿੱਚ ਲੋਕ ਦੋ ਡੰਗ ਆਪਣਾ ਢਿੱਡ ਭਰ ਕੇ ਰੋਟੀ ਨਹੀਂ ਖਾ ਸਕਦੇ। ਦੁਮਕਾ ਲੇਬਰ ਬਿਹਾਰ ਦਾ ਜਿਹੜਾ ਇੱਕ ਏਰੀਆ ਆ, ਅੱਜ ਵੀ ਦੁਨੀਆ ਭਰ ਦੇ ਵਿੱਚ ਸਭ ਤੋਂ ਸਸਤੀ ਜਿਹੜੀ ਮਜ਼ਦੂਰੀ ਆ ਉਹ ਉੱਥੇ ਹੈਗੀ ਆ। ਠੀਕ ਹੈ, ਪੰਜਾਬ ਦੇ ਵਿੱਚ 500-600 ਰੁਪਈਆ ਇੱਕ ਆਮ ਬੰਦਾ ਦਿਹਾੜੀ ਲੈਂਦਾ ਹੈਗਾ, ਤੇ ਦੁਮਕਾ ਦੇ ਵਿੱਚ ਹਾਲੇ ਵੀ ਕੁਝ ਰੁਪਈਏ ਚੌਲਾਂ ਦੀ ਇੱਕ ਮੁੱਠ ਜਿਹੜੀ ਆ ਉਹ ਦਿਹਾੜੀ ਹੈਗੀ ਲੋਕਾਂ ਦੀ। ਸੋ ਨਕਸਲਵਾੜੀ ਜਿਹੜੇ ਆ ਉਹ ਇਹੀ ਚਾਹੁੰਦੇ ਆ ਵੀ ਘੱਟੋ ਘੱਟ ਲੋਕਾਂ ਨੂੰ ਰਹਿਣ ਸਹਿਣ ਨੂੰ ਚੰਗਾ ਮਿਲੇ। ਠੀਕ ਹੈ, ਹੁਣ ਆਪਾਂ ਇਹ ਪੰਜਾਬ ਸਰਕਾਰ, ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਜੇ ਕੋਈ ਵਿਰੋਧੀ ਵਿਚਾਰਧਾਰਾ ਰੱਖਦਾ ਹੈਗਾ ਹਾਕਮਾਂ ਦੇ ਜਿਹੜੀ ਉਲਟ ਹੈ, ਤਾਂ ਉਹ ਫਿਰ ਅੱਤਵਾਦੀ ਨਹੀਂ ਹੋ ਜਾਂਦਾ, ਉਹ ਨਕਸਲਵਾੜੀ ਨਹੀਂ ਬਣ ਜਾਂਦਾ ਹੈਗਾ। ਠੀਕ ਹੈ, ਤੋ ਅੱਜ ਕੀ ਹੋ ਰਿਹਾ, ਅੱਜ ਉਹਨਾਂ ਨੂੰ ਮਾੜੀ ਮੋਟੀ ਜਿਹੜੀ ਵਿਰੋਧੀ ਸੁਰਿਆ ਉਹਨੂੰ ਅੰਦਰ ਡੱਕ ਦਿੱਤਾ ਜਾਂਦਾ ਤੇ ਨਕਸਲਵਾੜੀ ਦੀ ਉਹਦੇ ਤੇ ਲੇਬਲ ਲਾਤਾ ਜਾਂਦਾ। ਬਿਲਕੁਲ ਸਹੀ ਗੱਲ ਹੈ ਜੀ। ਅੱਛਾ, ਹੁਣ ਜਿਹੜਾ ਪੰਜਾਬ ਦੇ ਵਿੱਚ ਇੱਕ ਬੜੀ ਗੱਲ ਚੱਲ ਰਹੀ ਆ, ਬਿਜਲੀ ਸੰਕਟ ਆ ਜਾਏਗਾ ਤੇ ਪੰਜਾਬ ਦੇ ਇੱਕ ਦੋ ਮੰਤਰੀ ਬੜੇ ਸਰਗਰਮ ਨੇ, ਤੇ ਜਿਹੜੇ ਕਿਸਾਨ ਜਥੇਬੰਦੀਆਂ ਉਹ ਕਹਿ ਰਹੀਆਂ ਵੀ ਪੰਜਾਬ ਸਰਕਾਰ ਜਿਹੜੀ ਆ ਉਹ ਜਾਣ ਬੁੱਝ ਕੇ ਕਿਸਾਨਾਂ ਨੂੰ ਰੇਲ ਦੀਆਂ ਪਟੜੀਆਂ ਤੋਂ ਉਠਾਉਣ ਲਈ ਇਹ ਗੱਲ ਬਾਰ-ਬਾਰ ਫੈਲਾ ਰਹੇ ਵੀ ਜਿਹੜਾ ਕੋਲੇ ਦਾ ਸੰਕਟ ਕਿੱਥੋਂ ਆ ਗਿਆ, ਜਦ ਇੰਨੀ ਦੇਰ ਪਹਿਲਾਂ ਨਹੀਂ ਆਇਆ ਤਾਂ ਹੁਣ ਕਿਉਂ ਆ ਗਿਆ, ਹਨਾ। ਤੇ ਬਿਜਲੀ ਦਾ ਸੰਕਟ ਜਿਹੜਾ ਇਹ ਜਾਣ ਬੁੱਝ ਕੇ ਸਾਡੀ ਬਿਜਲੀ ਕੱਟਣ ਨੂੰ ਕਰਦੇ। ਤੁਹਾਡੀ ਗੱਲ ਬਿਲਕੁਲ ਠੀਕ ਆ ਤੇਜਪਾਲ ਜੀ। ਪਈ ਕਿਹਾ ਇਹ ਵੀ ਜਾ ਰਿਹਾ ਵੀ ਅਸਲ 'ਚ ਕਿਸਾਨ ਅੰਦੋਲਨ ਦਾ ਟਾਕਰਾ ਕਰਨ ਲਈ ਹੁਣ ਬਿਜਲੀ ਸੰਕਟ ਪੈਦਾ ਕੀਤਾ ਜਾ ਰਿਹਾ। ਇਹ ਕਹਿ ਰਹੇ ਆ ਵੀ ਪਹਿਲਾਂ ਵੀ ਸਾਰਾ ਕੁਝ ਸੀਗਾ, ਭੰਡਾਰਨ ਇੱਥੇ ਕਿਉਂ ਨਹੀਂ ਕਰਦੇ ਕੋਲੇ ਦਾ? ਪੰਜਾਬ ਐਡਾ ਵੱਡਾ ਆ, ਇੰਨੀ ਭੂਮੀ ਹੈ। ਦੂਸਰਾ, ਜਿਹੜੇ ਤਾਪ ਬਿਜਲੀ ਘਰ ਨੇ, ਥਰਮਲ ਪਲਾਂਟ, ਇਹ ਹਊਆ ਖੜਾ ਕੀਤਾ ਜਾ ਰਿਹਾ ਵੀ ਪੰਜਾਬ 'ਚ ਅੱਜ ਵੀ ਬਲੈਕ ਆਊਟ ਹੋਇਆ, ਕੱਲ ਵੀ ਬਲੈਕ ਆਊਟ ਹੋਇਆ। ਦੂਜੇ ਬੰਨੇ ਤੁਸੀਂ ਦੇਖਣ ਵਾਲੀ ਗੱਲ ਆ ਵੀ ਚੇਅਰਮੈਨ ਜਿਹੜੇ ਪਾਵਰਕਾਮ ਦੇ ਪੰਜਾਬ ਦੇ ਚੇਅਰਮੈਨ ਆ, ਸ਼੍ਰੀ A ਵੇਣੂ ਪ੍ਰਸਾਦ ਜੀ, ਠੀਕ ਹੈ, ਉਹਨਾਂ ਦਾ ਬਿਆਨ ਸੁਣੋ। ਉਹ ਕਹਿੰਦੇ ਵੀ ਕੋਈ ਪਾਵਰ ਕੱਟ ਨਹੀਂ ਲਾਇਆ ਜਾ ਰਿਹਾ ਪੰਜਾਬ 'ਚ, ਤੇ ਜਿਹੜੇ ਪਾਵਰ ਕੱਟ ਲੱਗਦੇ ਵੀ ਨੇ ਉਹ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਰਕੇ ਕੱਟ ਲਾਏ ਜਾਂਦੇ ਆ, ਹੋਰ ਕੋਈ ਰੌਲਾ ਨਹੀਂ ਹੈਗਾ। ਅੱਛਾ, ਉਹਦੇ ਨਾਲ ਹੀ ਕਹਿ ਰਹੇ ਸੀਗੇ ਵੀ ਜਿਹੜਾ ਗੋਇੰਦਵਾਲ ਸਾਹਿਬ ਵਾਲਾ ਥਰਮਲ ਪਲਾਂਟ ਹੈਗਾ ਉਹਦਾ ਕੋਲਾ ਬਿਲਕੁਲ ਹੀ ਇੱਕ ਅੱਧਾ ਦਿਨ ਹੈਗਾ, ਪਰ ਇਸ ਤਰ੍ਹਾਂ ਦੀ ਕੋਈ ਸਥਿਤੀ ਨਹੀਂ ਆਈ। ਲੋਕ ਕਹਿੰਦੇ ਨੇ, ਕਿਸਾਨ ਕਹਿੰਦੇ ਆ ਵੀ ਜਿਹੜਾ ਕੇਂਦਰੀ ਗ੍ਰਿਡ ਆ ਉੱਥੋਂ ਕਿਉਂ ਨਹੀਂ ਲੈਂਦੇ ਤੁਸੀਂ? ਠੀਕ ਆ, ਥਰਮਲ ਪਲਾਂਟਾਂ ਨਾਲੋਂ ਸਸਤੀ ਬਿਜਲੀ ਪੈਂਦੀ ਆ। ਵੇਣੂ ਪ੍ਰਸਾਦ ਜੀ ਕਹਿੰਦੇ ਨੇ ਵੀ ਉੱਥੋਂ ਤਾਂ ਨਹੀਂ ਲਈ ਪਈ, ਇੱਕ ਤਾਂ ਉਹਦੇ ਲਈ ਪਹਿਲਾਂ ਪਲੈਨਿੰਗ ਕਰਨੀ ਪੈਂਦੀ ਆ, ਠੀਕ ਹੈ, ਪਹਿਲਾਂ ਯੋਜਨਾ ਬਣਾਉਣੀ ਪੈਂਦੀ ਆ। ਦੂਸਰਾ, ਉਹਦਾ ਜਿਹੜਾ ਜੇ ਖੜੇ ਪੈਰ ਲੈਂਦੇ ਆ ਤਾਂ ਫਿਰ ਉਹ ਮਹਿੰਗੀ ਮਿਲਦੀ ਹੈਗੀ ਆ। ਪਰ ਹਾਲੇ ਐਸ ਸੱਚ ਕੋਈ ਸੰਕਟ ਵਾਲੀ ਗੱਲ ਨਹੀਂ, ਬਲੈਕ ਆਊਟ ਹੋਣ ਵਾਲੀ ਕੋਈ ਗੱਲ ਨਹੀਂ। ਸਰਕਾਰ ਦੇ ਮੰਤਰੀ ਬਿਆਨ ਦੇ ਰਹੇ ਆ ਵੀ ਬਿਜਲੀ ਜੀ ਮਤਲਬ ਮੁੱਕ ਚੱਲੀ ਆ ਪੰਜਾਬ 'ਚੋਂ, ਥਰਮਲ ਪਲਾਂਟ ਜਿਹੜੇ ਉਹ ਬੰਦ ਹੋਣ ਲੱਗੇ ਨੇ। ਸੋ ਇਸ ਤਰ੍ਹਾਂ ਦਾ ਭਰਮ ਜਾਲ ਫੈਲਾਇਆ ਜਾ ਰਿਹਾ ਤਾਂ ਕਿ ਲੀਹੋਂ ਲਾਇਆ ਜਾ ਸਕੇ ਕਿਸਾਨਾਂ ਦੇ ਸੰਘਰਸ਼ ਨੂੰ। ਸੋ ਇਹਦਾ ਮਤਲਬ ਹੈ ਸਰਕਾਰ ਤੇ ਪਾਵਰਕਾਮ ਆਪਸ 'ਚ ਜਿਹੜੀਆਂ ਉਹਨਾਂ ਦੀਆਂ ਸਟੇਟਮੈਂਟਾਂ ਆ ਉਹ ਕੰਟਰਾਡਿਕਟ ਕਰ ਰਹੀਆਂ। ਬਿਲਕੁਲ ਜੀ, ਤੁਸੀਂ A ਵੇਣੂ ਪ੍ਰਸਾਦ ਦੇ ਬਿਆਨ ਦੇਖੋ ਤੇ ਮੰਤਰੀਆਂ ਦੇ ਦੇਖੋ, ਉਹ ਇੱਕ ਦੂਸਰੇ ਦੇ ਵਿਰੋਧੀ ਉਲਟ ਬਿਆਨ ਦਿੱਤੇ ਜਾ ਰਹੇ ਆ ਜੀ। ਅੱਛਾ, ਹੁਣ ਜਿਹੜੀ ਆਪਾਂ ਗੱਲ ਕਰੀਏ ਵੀ ਆਮ ਆਦਮੀ ਪਾਰਟੀ ਕਹਿੰਦੀ ਆ ਵੀ ਦਿੱਲੀ ਪਹੁੰਚੋ, ਤੇ ਅੱਜ ਪਹੁੰਚੇ ਹੋਏ ਆ ਉਹ, ਅੱਜ ਉੱਥੇ ਜੰਤਰ ਮੰਤਰ ਤੇ ਰੈਲੀ ਚੱਲ ਰਹੀ ਆ। ਇਹ ਮਤਲਬ ਤੁਹਾਨੂੰ ਕੀ ਲੱਗਦਾ ਵੀ ਸਹੀ ਕਦਮ ਆ ਵੀ ਆਪਾਂ ਕਿਸਾਨ ਜਥੇਬੰਦੀਆਂ ਤੋਂ ਅਲੱਗ ਜਿਹੇ ਹੋ ਕੇ ਤੇ ਉੱਥੇ ਰੈਲੀ ਸੱਦ ਲਈ ਹੈ, ਜਾਂ ਇਹਨਾਂ ਨੂੰ ਨਾਲ ਲੈ ਕੇ ਚੱਲਣਾ? ਮੇਰੀ ਚਾਚੇ ਕੱਲਿਆਂ ਦੀ ਉਹਨਾਂ ਦੀ ਕੋਈ ਤੁਕ ਨਹੀਂ ਬਣਦੀ। ਹਾਂ, ਕਿਸਾਨ ਜਥੇਬੰਦੀਆਂ ਨੂੰ ਉਹ ਨਿਮਰਤਾ ਸਹਿਤ ਸੱਦਾ ਦਿੰਦੇ, ਉਹਨਾਂ ਦੇ ਆਗੂਆਂ ਨੂੰ ਭਰੋਸੇ 'ਚ ਲੈਂਦੇ ਵੀ ਅਸੀਂ ਭਾਈ ਤੁਹਾਡਾ ਹੀ ਸੰਘਰਸ਼ ਲੜ ਰਹੇ ਹਾਂ, ਠੀਕ ਆ, ਅਸੀਂ ਤੁਹਾਡਾ ਹੀ ਝੰਡਾ ਚੁੱਕਿਆ ਹੋਇਆ, ਸਾਡੀ ਕੋਈ ਵੱਖਰਤਾ ਹੈ ਨਹੀਂ ਗੀ। ਉਹ ਤਾਂ ਜੇ ਉੱਥੇ ਦਿੱਲੀ ਗਏ ਨੇ ਤਾਂ ਭਾਵੇਂ ਭਗਵੰਤ ਮਾਨ ਹੋਰੀ ਰੋਜ਼ ਕਹਿੰਦੇ ਨੇ, ਉਹ ਤਾਂ ਅਕਾਲੀਆਂ ਨੂੰ ਵੀ ਉਹਨਾਂ ਜ਼ਿੰਮੇਵਾਰ ਠਹਿਰਾਉਂਦੇ ਆ ਜਿੰਨਾ ਭਾਜਪਾ ਕਾਂਗਰਸ ਨੂੰ ਠਹਿਰਾਉਂਦੇ ਨੇ।
ਮੌਜੂਦਾ ਸੰਕਟ ਲਈ, ਠੀਕ ਹੈ। ਪਰ ਇਦਾਂ ਕਲਮ ਕੱਲੇ ਜਾਣ ਦਾ, ਉਹਦੇ ਵਿੱਚ ਜਥੇਬੰਦੀਆਂ ਨੂੰ ਸੱਚਮੁੱਚ ਹੀ ਸ਼ਾਮਲ ਜੇ ਕਰਨਾ ਹੋ ਕਰ ਲੈਣਾ ਚਾਹੀਦਾ। ਫਿਰ ਉਹਨਾਂ ਦੇ ਸੰਘਰਸ਼ ਦੀ ਜਾਂ ਉਹਨਾਂ ਦੇ ਵਿਰੋਧ ਦੀ ਕੋਈ ਤੁਕ ਬਣਦੀ ਹੈਗੀ ਆ। ਤੇ ਕਲਮ ਕੱਲੇ ਬਿਨਾਂ ਕਿਸੇ ਲੀਡਰ ਨੂੰ ਸੱਦਿਆ, ਕੋਈ ਕਾਰਕਨ ਨਹੀਂ, ਕੋਈ ਸੰਘਰਸ਼ ਵਾਲੇ ਲੋਕ ਸ਼ਾਮਲ ਨਹੀਂ, ਤਾਂ ਉਹ ਕਾਹਦਾ ਉਹਨਾਂ ਦੇ ਦਿੱਲੀ ਚੱਲੋ ਦਾ ਸੱਦਾ ਹੋ ਗਿਆ ਜੀ। ਜਾਂ ਜੋ ਕਰ ਵੀ ਰਹੇ ਅੱਜ, ਉਹ ਤਾਂ ਇੱਕ ਪਾਰਟੀ ਵੱਲੋਂ ਕਰ ਰਹੇ ਆ, ਕਿਸਾਨਾਂ ਵੱਲੋਂ ਥੋੜ੍ਹਾ ਕਰ ਰਹੇ ਆ ਜੀ। ਸਮਾਂ ਹੋ ਰਿਹਾ ਇੱਕ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਪੰਜਾਬ ਮੇਲ USA ਚੈਨਲ ਦਾ ਸ਼ਾਨਦਾਰ ਉਪਰਾਲਾ। ਅਮਰੀਕਾ ਦੀ ਇਮੀਗ੍ਰੇਸ਼ਨ ਪਾਲਿਸੀ 'ਚ ਲੇਟੈਸਟ ਕੀ ਚੱਲ ਰਿਹਾ ਹੈ? ਅਮਰੀਕਾ ਦੀ ਸਿਆਸਤ ਕਿੱਦਾਂ ਰੰਗ ਬਦਲ ਰਹੀ ਹੈ? ਇਹ ਸਭ ਜਾਣਨ ਲਈ ਵੇਖੋ ਪੰਜਾਬ ਮੇਲ USA ਚੈਨਲ ਦਾ ਸਪੈਸ਼ਲ ਸ਼ੋਅ US Immigration and Politics with Attorney at Law ਜਸਪ੍ਰੀਤ ਸਿੰਘ। ਪੰਜਾਬ ਮੇਲ TV USA ਦੇਖ ਰਹੇ ਸਾਰੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ। ਸਰਦਾਰ ਸੱਤੀ ਹੁਣੀ ਸਾਡੇ ਨਾਲ ਬਣੇ ਹੋਏ ਆ ਤੇ ਵੱਧਦੇ ਆ ਅਗਲੀ ਖਬਰ। ਸਰਦਾਰ ਸੱਤੀ ਸਾਹਿਬ ਜੀ, ਪੰਜਾਬ ਦੇ ਵਿੱਚ ਨਸ਼ੇ ਜੀ ਕਹਿੰਦੇ ਸੀ ਘਟਣੇ ਆ, ਘਟੇ ਨਹੀਂ ਜੀ। ਉਹ ਅਲੱਗ ਚੀਜ਼ ਆ ਵੀ ਮੁੱਦੇ ਹੋਰ ਹੈਗੇ ਆ ਜਿਹਦੇ ਕਰਕੇ ਇੱਧਰ ਨੂੰ ਆਪਣਾ ਧਿਆਨ ਨਹੀਂ ਜਾਂਦਾ। ਪਰ ਕਹਿੰਦੇ ਕੋਈ ਕਤਲ ਹੋ ਗਿਆ ਕਿਸੇ ਲੇਡੀ ਦਾ ਇੱਧਰ ਭਿੱਖੀਵਿੰਡ ਵਾਲੀ ਸਾਈਡ। ਹਾਂਜੀ, ਉਹ ਨਿੱਕੀ ਮੱਖੀ ਪਿੰਡ ਕਹਿੰਦੇ ਆ, ਨਿੱਕੀ ਮੱਖੀ ਵੀ ਕਹਿ ਦਿੰਦੇ ਆ। ਮਰਗਿੰਦਪੁਰਾ ਪਿੰਡ ਆ, ਭਿੱਖੀਵਿੰਡ ਪੱਟੀ ਏਰੀਏ ਦੇ ਵਿੱਚ ਪੈਂਦਾ। ਤੁਸੀਂ ਦੇਖੋ ਪਈ 33 ਵਰਿਆਂ ਦੀ ਔਰਤ ਦਾ ਉਹਦਾ ਆਦਮੀ ਕਤਲ ਕਰਦਾ ਜੀ। ਕਤਲ ਕਿਉਂ ਕਰਦਾ? ਤੇ ਉਹਦੇ ਹਿੱਸੇ ਦੀ ਜਿਹੜੀ ਜ਼ਮੀਨ ਆ ਉਹ ਵੇਚਣੀ ਚਾਹੁੰਦਾ ਸੀ ਆਪਣੇ ਨਸ਼ੇ ਦੀ ਪੂਰਤੀ ਲਈ। 11 ਤੇ 14 ਸਾਲ ਦੇ ਦੋ ਉਹਨਾਂ ਦੇ ਬੱਚੇ ਆ ਤੇ ਪਰਿਵਾਰ ਖਤਮ ਜੀ, ਠੀਕ ਹੈ। ਬੱਚੇ ਵੀ ਰੁਲਣਗੇ। ਕੈਪਟਨ ਸਾਹਿਬ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਗੁਟਕਾ ਸਾਹਿਬ ਫੜ ਕੇ ਸਹੁੰ ਚੁੱਕੀ ਸੀ ਵੀ 4 ਹਫ਼ਤਿਆਂ 'ਚ ਪੰਜਾਬ 'ਚੋਂ ਨਸ਼ੇ ਖਤਮ ਕਰ ਦਿਆਂਗੇ। ਪਰ ਪੰਜਾਬ 'ਚ ਨਸ਼ਿਆਂ ਦੀ ਉਹੀ ਸਥਿਤੀ ਆ। ਉਂਝ ਹੀ ਉਹਦੀ ਸਪਲਾਈ ਚੇਨ ਚੱਲ ਰਹੀ ਆ, ਉਂਝ ਹੀ ਉਹ ਪਿੰਡਾਂ ਤੱਕ ਪਹੁੰਚ ਰਹੇ ਆ, ਉਂਝ ਹੀ ਘਰਾਂ ਦੇ ਘਰ ਉੱਜੜ ਰਹੇ ਨੇ। ਸੋ ਇਹ ਸਰਕਾਰ ਨੇ ਦੇਖਣਾ ਵੀ ਇਹ ਸਥਿਤੀ ਕਦੋਂ ਤੱਕ ਚੱਲਣ ਦੇਣੀ ਆ। ਜੇ ਪਹਿਲਾਂ ਸਿੱਟ ਬਣਦੀ ਵੀ ਹੈ ਤਾਂ ਬਹੁਤ ਮਤਲਬ ਜਿਹੜੀਆਂ ਮਾਤੜ ਜਿਹੜੇ ਆ ਨਿੱਕਾ ਮੋਟੇ ਕਾਰੋਬਾਰ ਵਾਲੇ, ਉਹ ਤਾਂ ਫੜ ਕੇ ਅੰਦਰ ਦੇ ਦਿੱਤੇ ਗਏ। ਪਰ ਵੱਡੀਆਂ ਮੱਛੀਆਂ ਨੂੰ, ਮਗਰ ਮੱਛਾਂ ਨੂੰ ਕਿਸੇ ਨੇ ਹੱਥ ਨਹੀਂ ਪਾਇਆ। ਤੇ ਉਸੇ ਤਰ੍ਹਾਂ ਪਾਕਿਸਤਾਨ 'ਚੋਂ ਹੈਰੋਇਨ ਦੀ ਸਪਲਾਈ ਜਾਰੀ ਆ। ਬਾਰਡਰ ਪੰਜਾਬ ਨਹੀਂ ਤਾਂ ਹੋਰ ਪਾਸਿਆਂ ਤੋਂ ਆ ਰਹੀ ਹੈਗੀ ਆ। ਤਾਂ ਜਿਹੜੀਆਂ ਵੈਸੇ ਦੇਖਣ 'ਚ ਇਹ ਵੀ ਆਉਂਦਾ ਪਈ, ਖਾਸ ਕਰਕੇ ਅੰਮ੍ਰਿਤਸਰ ਤੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ SSP ਸਾਹਿਬਾਨ ਨੇ ਉਹਨਾਂ ਦੀਆਂ ਸਮਗਲਰਾਂ ਦੀਆਂ ਜਿਹੜੀਆਂ ਜਾਇਦਾਦਾਂ ਨੇ ਉਹ ਅਟੈਚ ਕੀਤੀਆਂ ਹੈਗੀਆਂ, ਜ਼ਬਤ ਕੀਤੀਆਂ ਹੈਗੀਆਂ। ਪਰ ਇਕੱਲੀਆਂ ਜਾਇਦਾਦਾਂ ਜ਼ਬਤ ਕਰਨ ਦੇ ਨਾਲ ਕੁਛ ਨਹੀਂ ਹੁੰਦਾ। ਇਸ ਨਸ਼ਿਆਂ ਦੀ ਚੇਨ ਦਾ ਲੱਕ ਟੁੱਟਣਾ ਚਾਹੀਦਾ। ਜਿਹੜੇ ਦੋਸ਼ੀ ਨੇ, ਜਿਹੜੇ ਸਪਲਾਇਰ ਨੇ ਵੱਡੇ, ਉਹ ਫੜ ਕੇ ਅੰਦਰ ਦਿੱਤੇ ਜਾਣੇ ਚਾਹੀਦੇ ਆ ਤੇ ਉਹਨਾਂ ਤੱਕ ਹੱਥ ਪੁੱਜਣਾ ਚਾਹੀਦਾ ਪੁਲਿਸ ਦਾ ਜੀ। ਸੱਤੀ ਸਾਹਿਬ, ਆਪਣਾ ਧਰਮ ਜਿਹੜਾ ਸਿੱਖ ਧਰਮ ਨੂੰ ਆਪਾਂ ਜ਼ਿਆਦਾ ਲੋਕ ਜਿਹੜੇ ਆ ਸੰਬੰਧਿਤ ਹੈਗੇ ਆ ਜੀ। ਸਿੱਖ ਧਰਮ ਨੇ ਜਿਹੜਾ ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਬੋ ਦਾ ਫਲਸਫਾ ਸਾਨੂੰ ਦਿੱਤਾ ਹੈ ਜੀ। ਤੇ ਇੱਕ ਟਾਈਮ ਸੀਗਾ ਸਨ 1920 ਤੋਂ ਪਹਿਲਾਂ ਦਾ, ਮੋਰਚੇ ਤੋਂ ਪਹਿਲਾਂ, ਜਦੋਂ 1920 ਦੇ ਵਿੱਚ ਮੋਰਚੇ ਲੱਗੇ ਨੇ, ਤੇ ਉਦੋਂ ਦਲਿਤ ਜਿਹੜੇ ਸੀਗੇ ਸਾਡੇ ਭਰਾ, ਉਹਨਾਂ ਨੂੰ ਕਿਸੇ ਨੂੰ ਵੀ ਦਰਬਾਰ ਸਾਹਿਬ ਜਾ ਕੇ ਅਰਦਾਸ ਕਰਨ ਦਾ ਹੁਕਮ ਨਹੀਂ ਸੀ, ਨਾ ਹੀ ਉਹ ਕਰਵਾ ਸਕਦੇ ਸੀਗੇ। ਤੇ ਅੱਜ ਉਹ ਦਿਨ ਆ ਵੀ ਅੱਜ 100 ਸਾਲ ਹੋ ਗਏ ਨੇ 1920 ਤੋਂ ਬਾਅਦ। 2020 ਦਾ ਜੋ ਦਿਨ ਹੈ ਵੀ ਅੱਜ ਇੱਥੇ ਅਰਦਾਸ ਹੋ ਰਹੀ ਆ, ਕਿਉਂਕਿ 1920 ਦੇ ਵਿੱਚ ਜਿਹੜਾ ਮੋਰਚੇ ਤੋਂ ਬਾਅਦ ਉਹਨਾਂ ਨੂੰ ਅਰਦਾਸ ਕਰਨ ਦੀ ਮਿਲ ਗਿਆ। ਇਹ 12 ਅਕਤੂਬਰ 1920 ਦੀ ਗੱਲ ਹੈ ਜੀ। ਦਲਿਤ ਭਾਈਚਾਰੇ ਦਾ ਉਹਨੂੰ ਮੁੜ ਪ੍ਰਵੇਸ਼ ਕਹਿੰਦੇ ਆ ਦਰਬਾਰ ਸਾਹਿਬ ਦੇ ਵਿੱਚ। ਅਸਲ 'ਚ ਜਿਹੜਾ ਦੇਖੋ, ਪਹਿਲੀ ਪਾਤਸ਼ਾਹੀ ਨੂੰ ਨਾ ਕਿਸੇ ਨੇ ਪੁੱਛਿਆ ਵੀ ਜਾਤ ਪਾਤ ਦੀ ਗੱਲ ਕੀਤੀ ਵੀ ਤੁਹਾਡੀ ਜਾਤ ਕਿਹੜੀ ਆ, ਤਾਂ ਉਹਨਾਂ ਨੇ ਸ਼ਬਦ ਉਚਾਰਿਆ ਸੀ ਵੀ ਨੀਚਾ ਅੰਦਰ ਨੀਚ ਜਾਤ, ਨੀਚਾ ਹੂੰ ਅਤ ਨੀਚ, ਜਿੱਥੇ ਨੀਚ ਸੰਭਾਲੀਅਨ ਤੱਥੇ ਨਦਰ ਤੇਰੀ ਬਖਸ਼ੀਸ਼, ਨਾਨਕ ਤਿਨਕੇ ਸੰਗ ਸਾਥ ਵੱਡਿਆ ਸਿਓ ਕੋ ਰੀਸ। 10ਮ ਪਾਤਸ਼ਾਹ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ 1699 ਦੀ ਵਿਸਾਖੀ ਨੂੰ ਜਾਤ ਪਾਤ ਵਾਲੀ ਲਕੀਰ ਮਿਟਾ ਗਏ ਸੀ।
ਉਹਨਾਂ ਨੇ ਕਿਹਾ ਵੀ ਜਿਹਨੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ ਉਹ ਕੌਰ ਆ ਤੇ ਸਿੰਘ ਆ ਤੇ ਮੇਰੇ ਪੁੱਤਰ ਆ ਤੇ ਮੇਰੀ ਧੀ ਆ। ਜਾਤ ਪਾਤ ਗੋਤ ਸਭ ਕੁਝ ਖਤਮ ਕਰ ਗਿਆ ਸੀ। ਪਰ ਬਹੁਤ ਦੁੱਖ ਨਾਲ ਇਹ ਗੱਲ ਮੈਨੂੰ ਕਹਿਣੀ ਪੈ ਰਹੀ ਆ ਵੀ ਅੱਜ 350 ਸਾਲ ਜਿਹੜੇ ਆ ਹੋਣ ਨੂੰ ਆਏ ਆ, ਤਾਂ ਅੱਜ ਵੀ ਇੱਕ ਜਿਹੜੇ ਆ ਉਹ ਜਾਤ ਪਾਤ ਦੇ ਵਿੱਚ ਵੰਡੇ ਹੋਏ ਆ। ਅਸੀਂ ਅੱਜ ਵੀ ਨਾਈ ਝੀਰ ਸ਼ੀਂਬੇ ਜੱਟ ਤਖਾਣ, ਠੀਕ ਹੈ, ਜਲਾਹੇ ਰਵਦਾਸੀਏ ਦੇ ਵਿੱਚ ਫਸੇ ਹੋਏ ਆ। ਫਿਰ ਜਾਤਾਂ ਅੰਦਰ ਜਾਤਾਂ ਨੇ, ਠੀਕ ਹੈ, ਜਿਹੜੇ ਜ਼ਗੀਰਦਾਰ ਕਿਸਮ ਦੇ ਜੱਟ ਸਿੱਖਿਆ ਉਹ ਮਾਤੜ ਜੱਟਾਂ ਦੇ ਆਪਣੇ ਬੱਚੇ ਨਹੀਂ ਵਿਆਹੁੰਦੇ, ਠੀਕ ਹੈ। ਹੁਣ ਥੋੜਾ ਬਹੁਤ ਸਥਿਤੀ ਬਦਲੀ ਆ। ਰਾਮਗੜੀਏ ਤੇ ਆ ਜੀ ਲੋਹਾਰ ਨੇ ਆ ਤਰਖਾਣਿਆ ਜੀ, ਆ ਜਲਾਹੇ ਸਿੱਖਿਆ ਜੀ, ਆਹ ਜਿਹੜੇ ਆ ਉਹ ਰਵਦਾਸੀਏ ਸਿੱਖਿਆ, ਆ ਜੀ ਮਜ਼੍ਹਬੀ ਸਿੱਖਿਆ, ਆ ਜੀ ਬੰਜਾਰੇ ਸਿੱਖਿਆ। ਸੋ ਇਹ ਜਾਤ ਪਾਤ ਦਾ ਸਿਸਟਮ ਜਿਹੜਾ ਕਲੰਕ 10ਮ ਪਾਤਸ਼ਾਹ ਨੇ ਬਿਲਕੁਲ ਹੀ ਉਹਦੇ ਤੇ ਲੀਕ ਫੇਰ ਦਿੱਤੀ ਸੀ, ਉਹ ਅੱਜ ਵੀ ਸਾਡੇ ਦੇ ਵਿੱਚ ਹੈਗਾ, ਠੀਕ ਹੈ ਜੀ। ਔਰ ਇਹ ਗੱਲ ਜਿਹੜੀ ਆ 10 ਤੋਂ 12 ਅਕਤੂਬਰ 1920 ਦੇ ਵਿੱਚ ਜਲਿਆਂਵਾਲਾ ਬਾਗ 'ਚ ਇਕੱਠ ਹੋਇਆ। ਫਿਰ ਝੱਬਰ ਹੁਰੀ ਤੇ ਹੋਰ ਆਗੂ ਜਿਹੜੇ ਨੇ ਬੁੱਧੀਜੀਵੀ 12 ਮਾਰਚ ਨੂੰ ਦਲਿਤ ਭਾਈਚਾਰਾ ਮੁੜ ਪ੍ਰਵੇਸ਼ ਕਰਦਾ ਹੈਗਾ। ਨਰੈਣ ਉਹਨਾਂ ਨੂੰ ਰੋਕਦੇ ਨੇ, ਜਿਹੜੇ ਮਹੰਤ ਨੇ ਨਰੈਣੂ ਮਹੰਤ ਹੁਰੀ, ਔਰ ਉਹ ਫਿਰ ਗੁਰਬਾਣੀ 'ਚੋਂ ਜਿਹੜਾ ਮਹਾਵਾਕ ਆਉਂਦਾ ਉਹਦੇ ਤੇ ਬਹਿਸ ਹੁੰਦੀ ਆ। ਉਹਨਾਂ ਨੂੰ ਨਾ ਤਾਂ ਨਤਮਸਤਕ ਹੋਣ ਦਾ ਹੱਕ ਸੀਗਾ, ਨਾ ਉਹਨਾਂ ਨੂੰ ਉੱਥੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਵਾਉਣ ਦਾ ਹੱਕ ਸੀਗਾ, ਨਾ ਹੀ ਅਰਦਾਸ। ਇਹ ਸਭ ਕੁਛ ਤੇ ਰੋਕ ਸੀਗੀ। ਤੇ ਤੁਸੀਂ ਦੇਖੋ ਵੀ ਇਹ ਜਿਹੜਾ ਦਿਨ ਸੀਗਾ ਸਿੱਖ ਪੰਥ ਦੇ ਵਿੱਚ ਐਡਾ ਖਾਸ ਦਿਨ ਆ ਵੀ ਇਸ ਦਿਨ ਤੋਂ ਪਿੱਛੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੁਆਰਾ ਸੁਧਾਰ ਲਹਿਰ ਤੇ ਸ਼੍ਰੋਮਣੀ ਅਕਾਲੀ ਦਲ ਦਾ ਮੁੱਢ ਵੱਜਾ ਸੀ, ਠੀਕ ਹੈ। ਸੋ ਅੱਜ ਉੱਥੇ ਗੁਰਦਾਸ ਹਾਲ ਦੇ ਵਿੱਚ ਸੁਖਮਨੀ ਸਾਹਿਬ ਦੇ ਪਾਠ ਕਰਕੇ ਭੋਗ ਪਾਏ ਜਾ ਰਹੇ ਆ। ਉਸ ਤੋਂ ਬਾਅਦ ਬੁੱਧੀਜੀਵੀ ਆਪਣੇ ਵਿਚਾਰ ਰੱਖਣੇ ਸੀ ਔਰ 1 ਵਜੇ ਜਿਹੜਾ ਅਕਾਲ ਤਖਤ ਸਾਹਿਬ ਤੇ ਜਾ ਕੇ ਅਰਦਾਸ ਹੋਣੀ ਸੀਗੀ। ਸੋ ਜੇ ਅੱਜ ਵੀ ਮਤਲਬ ਉਸ ਦਿਨ ਨੂੰ ਯਾਦ ਕੀਤਾ ਜਾਂਦਾ ਤੇ ਤੁਸੀਂ ਦੇਖੋ ਭਈ 1699 ਤੋਂ ਬਾਅਦ 1999, ਉਹਦੇ ਤੋਂ ਬਾਅਦ ਜਾਣੀ ਕਿ ਹੁਣ 20-22 ਸਾਲ 322 ਸਾਲ ਹੋ ਗਏ ਨੇ 10ਮ ਪਾਤਸ਼ਾਹ ਨੇ ਜਦੋਂ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ। ਸਾਡੇ ਇੱਕ ਬੜੇ ਨਾਮਵਰ ਲੇਖਕ ਨੇ, ਕਹਾਣੀਕਾਰ ਅਤਰਜੀਤ ਕਹਾਣੀਕਾਰ ਉਹਨਾਂ ਨੂੰ ਕਹਿੰਦੇ ਆ, ਮਾਲਵੇ ਦੇ ਵਿੱਚ ਉਹਨਾਂ ਦੀ ਸਵੈ ਜੀਵਨੀ ਆ ਅੱਕ ਦਾ ਬੂਟਾ। ਉਹਦੇ ਵਿੱਚ ਬਹੁਤ ਥਾਈਂ ਲਿਖਦੇ ਨੇ ਵੀ ਢੇਡਾਂ ਕਿਹਾ ਜਾਂਦਾ, ਜਿਹੜੇ ਦਲਿਤ ਜਾਤੀ ਦੇ ਲੋਕ ਆ ਉਹਨੂੰ ਅੱਜ ਵੀ ਉੱਚ ਜਾਤੀ ਦੇ ਲੋਕ ਢੇਡਾਂ ਕਹਿੰਦੇ ਨੇ। ਅੱਜ ਵੀ ਉਹਨਾਂ ਦਾ ਜੰਗਲ ਪਾਣੀ ਜਿਹੜਾ ਜਾਣ ਦਾ ਰਾਹ ਬੰਦ ਕੀਤੇ ਜਾਂਦੇ ਆ ਖੇਤਾਂ ਦੇ ਵਿੱਚ, ਵੀ ਅਸੀਂ ਆਪਣੇ ਖੇਤਾਂ 'ਚ ਨਹੀਂ ਜੀ ਵੰਡ ਦੇਣਾ, ਠੀਕ ਹੈ। ਕਈ ਥਾਈਂ ਇਹੋ ਜਿਹੇ ਵਰਤਾਰੇ ਦੇਖਣ ਦੇ ਵਿੱਚ ਆਉਂਦੇ ਨੇ। ਤੋਂ ਵੱਡੀ ਗੱਲ ਆ ਜਿਹੜੇ ਸ਼ਮਸ਼ਾਨ ਘਾਟ ਆ, ਹਾਂ, ਉਹ ਅੱਡ ਨੇ, ਉਹ ਅਲੱਗ-ਅਲੱਗ ਹਨਾ। ਔਰ ਸੋਮਨਾਥ ਹੋਰੀ ਇੱਥੇ ਪੰਜਾਬ ਅਸੈਂਬਲੀ ਦੇ ਵਿੱਚ ਮੁੱਦਾ ਚੁੱਕਦੇ ਰਹੇ, ਜਿਹੜੇ ਹੁਣ ਕੇਂਦਰ ਦੇ ਵਿੱਚ ਰਾਜ ਮੰਤਰੀ ਵੀ ਨੇ, ਠੀਕ ਹੈ। ਔਰ ਤੁਸੀਂ ਦੇਖੋ ਵੀ ਅੱਜ ਦੁਨੀਆ ਕਿੱਥੇ ਪਹੁੰਚ ਗਈ ਆ। ਨਸਲਾਂ ਦੇ ਵਿਤਕਰੇ ਤਾਂ ਹੈਗੇ ਨੇ ਜ਼ਾਹਰਾ ਤੌਰ ਤੇ ਜਾਂ ਲੁਕਵੇਂ ਢੰਗ ਦੇ ਨਾਲ, ਪਰ ਸਾਡਾ ਸਮਾਜ ਹਾਲੇ ਜਾਤ ਪਾਤ ਦੇ ਕੋੜ ਤੋਂ ਮੁਕਤ ਨਹੀਂ ਹੋਇਆ, ਹਾਲੇ ਮਾਨਸਿਕਤਾ ਉੱਥੇ ਖੜੀ ਆ। ਸੋ ਮੈਂ ਆਸ ਕਰਦਾ ਵੀ ਅਕਾਲ ਪੁਰਖ ਸਿੱਖ ਪੰਥ ਨੂੰ ਘੱਟੋ ਘੱਟ ਇਸ ਮੱਤ ਬਖਸ਼ਣ ਵੀ ਅਸੀਂ ਜਾਤੀ ਵੰਡੀਆਂ ਜਿਹੜੀਆਂ ਆ ਜਾਂ ਜਾਤੀ ਵਲਗਣਾ ਆ ਉਹਨਾਂ ਨੂੰ ਟੱਪੀਏ, ਉਹਨਾਂ ਨੂੰ ਤੋੜੀਏ। ਥੋੜੀ ਜੀ ਗੱਲ ਆਪਾਂ ਕਰਦੇ ਹਾਂ ਸਰਦਾਰ ਨਵਜੋਤ ਸਿੰਘ ਸਿੱਧੂ ਹੁਣਾਂ ਦੀ। ਇਹ ਉਦਣ ਜੋ ਮੋਗਾ ਦੀ ਰੈਲੀ ਦੇ ਵਿੱਚ ਹੋਇਆ ਉਹ ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜੇ ਆਪਣੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਹੁਣੀ ਆ ਉਹਨਾਂ ਦੇ ਨਾਲ ਇਹਨਾਂ ਦਾ ਥੋੜਾ ਬੋਲ ਬਰਾਲਾ ਹੋਇਆ। ਉਸ ਤੋਂ ਬਾਅਦ ਹੁਣ ਜਿਹੜੀ ਗੱਲ ਆ ਰਹੀ ਆ ਉਹ ਇਹ ਆ ਰਹੀ ਆ ਵੀ ਕੁਝ ਕਾਂਗਰਸ ਦੇ ਚਿਹਰੇ ਆ, ਉਹ ਕਹਿ ਰਹੇ ਆ ਨਵਜੋਤ ਸਿੰਘ ਸਿੱਧੂ ਨੂੰ ਵੀ ਉਹਨਾਂ ਨੂੰ ਕਾਂਗਰਸ ਛੱਡ ਜਾਣੀ ਚਾਹੀਦੀ ਆ। ਉਹਨਾਂ ਚੋਂ ਇੱਕ ਤੇ ਨਵਨੀਤ ਸਿੰਘ ਬਿੱਟੂ ਹੁਣਾਂ ਨੇ ਕਿਹਾ ਵੀ ਇਹਨਾਂ ਦੀ ਰਾਸ਼ੀ ਹੈ ਨਹੀਂ ਵੀ ਕਿਸੇ ਇੱਕ ਪਾਰਟੀ 'ਚ ਰਹਿ ਕੇ ਕੰਮ ਕਰਨ। ਤੇ ਉਹ ਜਿਹੜੀ ਗੱਲ ਆ, ਤੇ ਦੂਜੇ ਪਾਸੇ ਜਿਹੜੇ ਰਾਵਤ ਆ ਜਿਹੜੇ ਕਿ ਇਸ ਵੇਲੇ ਇੰਚਾਰਜ ਨੇ ਪੰਜਾਬ ਕਾਂਗਰਸ, ਹਰੀਸ਼ ਰਾਵਤ ਹੁਣੀ, ਉਹ ਕਹਿ ਰਹੇ ਆ ਵੀ ਉਹ ਸਾਡਾ ਭਵਿੱਖ ਆ। ਉਹ ਕਹਿ ਰਹੇ ਹਾਲੇ ਵੀ ਜਿਹੜੇ ਕੈਪਟਨ ਸਾਹਿਬ ਤੇ ਸਿੱਧੂ ਸਾਹਿਬ ਦੇ ਵਿੱਚ ਆਪਸ 'ਚ ਬਣਦੀ ਹੈ ਇਹਨਾਂ ਦੀ, ਕੋਈ ਮਿਟ ਰਹੇ ਇਹਨਾਂ ਦੇ ਫਾਸਲੇ। ਦੇਖੋ ਜੇ ਫਾਸਲੇ ਮਿਟ ਜਾਣ ਤਾਂ ਬਹੁਤ ਚੰਗੀ ਗੱਲ ਆ। ਪਹਿਲੀ ਗੱਲ ਤਾਂ ਇਹ ਆ ਵੀ ਦੋਏ ਉਂਝ ਜੱਟ ਨੇ, ਰਾਜਾ ਜੀ ਵੀ ਤੇ ਸਿੱਧੂ ਸਾਹਿਬ ਵੀ, ਗੋਤ ਵੀ ਸੁੱਖ ਨਾਲ ਇੱਕੋ ਹੀ ਆ, ਤੇ ਦੋਵੇਂ ਖੇਤੀ ਕਰਨ ਤੋਂ ਬਿਨਾਂ ਜੱਟ ਨੇ, ਦੋਵੇਂ ਖੇਤੀ ਨਹੀਂ ਕਰਦੇ, ਠੀਕ ਆ। ਦੋਹਾਂ ਨੇ ਕਦੀ ਹਲ ਨਹੀਂ ਫੜਿਆ ਤੇ ਨਾ ਹੀ ਕਦੀ ਟਰੈਕਟਰ ਪਾਇਆ। ਸਿੱਧੂ ਸਾਹਿਬ ਬਾਰੇ ਇਹ ਆ ਵੀ ਰਾਜਾ ਜੀ ਅਕਾਲੀ ਦਲ ਚੋਂ ਇੱਧਰ ਆਏ, ਠੀਕ ਹੈ,
84 ਵੇਲੇ ਉਹਨਾਂ ਨੇ, ਠੀਕ ਆ। ਔਰ ਜਿਹੜੇ ਸਿੱਧੂ ਸਾਹਿਬ ਉਹ ਭਾਜਪਾ ਚੋਂ ਇੱਧਰ ਆਏ ਆ, ਪਰ ਸਿੱਧੂ ਸਾਹਿਬ ਬਾਰੇ ਇੱਕ ਗੱਲ ਜ਼ਰੂਰ ਹੈ ਵੀ ਚਾਹੇ ਉਹ ਭਾਜਪਾ 'ਚ ਹੋਣ ਤੇ ਭਾਜਪਾ ਦਾ ਵਿਰੋਧ ਸ਼ੁਰੂ ਕਰ ਦਿੰਦੇ ਆ, ਅਕਾਲ ਜੇ ਉਹ ਹੁਣ ਕਾਂਗਰਸ 'ਚ ਆ ਤਾਂ ਕਾਂਗਰਸ ਦਾ ਵਿਰੋਧ ਸ਼ੁਰੂ ਕਰ ਦਿੰਦੇ ਆ। ਭਾਵ ਉਹ ਜਿਹੜਾ ਤੋਪਾਂ ਦਾ ਮੂੰਹ ਆਪਣੀਆਂ ਦਾ ਉਹ ਆਪਣੀ ਪਾਰਟੀ ਵੱਲ ਨੂੰ ਹੀ ਕਰ ਲੈਂਦੇ ਨੇ। ਮਸਲਨ ਮੈਂ ਇੱਕ ਉਦਾਹਰਣ ਦੇਣੀ ਚਾਹੂੰਗਾ ਵੀ ਗੁਜਰਾਤ ਚੋਣਾਂ ਵੇਲੇ ਬਿਗ ਬੌਸ ਦੇ ਵਿੱਚ ਉਹ ਉਦੋਂ ਜਾਣੀ ਕਿ ਚੱਲਦਾ ਸੀ ਉਹਨਾਂ ਦੀ ਸ਼ੂਟਿੰਗ, ਤੇ ਬਿਗ ਬੌਸ ਚੋਂ ਹਟਾ ਕੇ ਉਹਨਾਂ ਨੂੰ ਗੁਜਰਾਤ ਚੋਣਾਂ 'ਚ ਭਾਜਪਾ ਲਈ ਸਟਾਰ ਪ੍ਰਚਾਰਕ ਵਜੋਂ ਲਿਆਂਦਾ ਗਿਆ। ਉੱਥੇ ਕੀ ਕਰਦੇ ਆ, ਇਹੋ ਜਿਹਾ ਕੋਈ ਬਿਆਨ ਦੇ ਦਿੱਤਾ ਜਿਹੜਾ ਭਾਜਪਾ ਨੂੰ ਮਹਿੰਗਾ ਪੈ ਜਾਂਦਾ, ਔਰ ਵਿੱਚੋਂ ਹੀ ਫਿਰ ਉਹਨਾਂ ਦੀ ਉਹ ਮੁਹਿੰਮ ਜਿਹੜੀ ਆ ਉਹ ਛੁਡਾਤੀ ਗਈ, ਠੀਕ ਹੈ। ਸੋ ਇਸੇ ਤਰ੍ਹਾਂ ਬਿਹਾਰ ਦੇ ਵਿੱਚ ਹੋਇਆ ਸੀ, ਬਿਹਾਰ ਵਾਲਾ ਅਜੇ ਵੀ ਕੇਸ ਉਹਨਾਂ ਦੇ ਖਿਲਾਫ ਖੜਾ, ਠੀਕ ਹੈ। ਸੋ ਇੱਥੇ ਜਿਹੜੀ ਆ ਉਹ ਜਿਹੜੇ ਪੁਲਿਸ ਇੰਸਪੈਕਟਰ ਜਾਂ ਜੋ ਵੀ ਆ ਪੁਲਿਸ ਪਾਰਟੀ ਆਈ ਸੀ ਵਾਰੰਟ ਲੈ ਕੇ, ਤਾਂ ਇਹਨਾਂ ਨੇ ਵਾਰੰਟ ਲਿਆ ਨਹੀਂ ਸੀਗਾ ਤੇ ਉਹ ਬਾਹਰ ਬਹਿ ਕੇ 2-4 ਦਿਨ ਮੁੜ ਗਈ ਸੀ। ਸੋ ਜੇ ਸਿੱਧੂ ਸਾਹਿਬ ਦੇ ਤੇ ਕੈਪਟਨ ਸਾਹਿਬ ਦੇ ਫਾਸਲੇ ਮਿਟਦੇ ਆ ਤਾਂ ਘੱਟੋ ਘੱਟ ਕਾਂਗਰਸ ਲਈ ਤਾਂ ਉਹ ਚੰਗਾ ਹੀ ਹੋਏਗਾ। ਤੇ ਹਰੀਸ਼ ਰਾਵਤ ਹੋਰੀ ਦੇਖੋ ਬਦਨੀ ਕਲਾਂ ਦੀ ਰੈਲੀ 'ਚ ਵੀ ਉਹ ਨਹੀਂ ਸੀ ਆਉਣਾ ਚਾਹੁੰਦੇ, ਬਲਕਿ ਉਹ ਲਿਆਂਦੇ ਗਏ ਉੱਥੇ, ਤੇ ਜੇ ਲਿਆਂਦੇ ਗਏ ਮੁੜ ਕੇ ਉਹ ਫਿਰ ਉਹਨਾਂ ਨੇ ਕਾਂਗਰਸ ਤੇ ਸੂਈ ਰੱਖ ਲਈ, ਠੀਕ ਹੈ। ਫਿਰ ਕਈ ਵਾਰੀ ਤੁਹਾਨੂੰ ਸ਼ਿਸ਼ਟਾਚਾਰ ਦੇ ਨਾਤੇ ਵੀ ਨਾ ਕੁਝ ਗੱਲਾਂ ਜਿਹੜੀਆਂ ਹੁੰਦੀਆਂ ਉਹ ਬਹੁਤ ਸੋਚ ਸਮਝ ਕੇ ਬੋਲਣਾ ਪੈਂਦਾ ਹੈ। ਨਹੀਂ ਉਹ ਤੁਹਾਡੀ ਗੱਲ ਠੀਕ ਆ, ਪਰ ਮੈਂ ਇੱਥੇ ਥੋੜਾ ਜਿਹਾ ਤੁਹਾਤੋਂ ਸ਼ਾਇਦ ਡਿਫਰ ਕਰ ਰਿਹਾ। ਮੇਰੀ ਸੋਚ ਇਹ ਹੈ ਵੀ ਜਦੋਂ ਤੁਸੀਂ ਸੱਚ ਬੋਲਦੇ ਹੋ ਹਨਾ, ਜਿਹੜਾ ਇੱਥੇ ਪਾਰਟੀ ਦਾ ਇੱਕ ਸਟਰਕਚਰ ਬਣਦਾ ਸਾਡੇ ਦੇਸ਼ ਦੇ ਵਿੱਚ, ਉਹ ਇਹ ਸਟਰਕਚਰ ਆ ਵੀ ਚਾਹੇ ਕੋਈ ਗਲਤ ਗੱਲ ਆ ਚਾਹੇ ਕੋਈ ਸਹੀ ਗੱਲ ਆ, ਉੱਪਰੋਂ ਇੱਕ ਗੱਲ ਸ਼ੁਰੂ ਹੋ ਜਾਂਦੀ ਆ, ਉਹ ਥੱਲੇ ਗਲਤ ਸਾਰੇ ਕਹੀ ਜਾਂਦੇ ਆ। ਉਹਦੇ ਚ ਕਿਤੇ ਨਾ ਕਿਤੇ ਤਾਂ ਕੋਈ ਬੰਦਾ ਹੈਗਾ ਜਿਹੜਾ ਸੱਚ ਬੋਲਣ ਵਾਲਾ ਹੋਵੇ ਔਰ ਜਿਹੜਾ ਸਹੀ ਗੱਲ ਕਰ ਰਿਹਾ। ਤੇ ਪਾਰਟੀਆਂ 'ਚ ਆਮ ਤੌਰ ਤੇ ਦੇਖੋ ਤੁਹਾਡੀ ਤੇਜਪਾਲ ਜੀ ਗੱਲ ਤਾਂ ਠੀਕ ਹੈ, ਪਰ ਪਾਰਟੀਆਂ 'ਚ ਇਹਨੂੰ ਜਿਹੜਾ ਆ ਨਾ ਉਹ ਡਿਸਿਪਲਿਨ ਤੋੜਨਾ ਕਿਹਾ ਜਾਂਦਾ, ਤੇ ਇਹ ਗੱਲ ਫਿਰ ਗਵਾਰਾ ਨਹੀਂ ਹੁੰਦੀ। ਜਿਹੜੇ ਸੀਨੀਅਰ ਆ ਉਹ ਫਿਰ ਕੱਢ ਕੇ ਤੁਹਾਨੂੰ ਬਾਹਰ ਮਾਰਦੇ ਨੇ। ਸੋ ਗੱਲ ਤਾਂ ਇੱਦਾਂ ਹੋਣੀ ਚਾਹੀਦੀ ਆ ਵੀ ਜਿਹੜੀ ਜੇ ਕੋਈ ਵਿਰੋਧੀ ਵਿਚਾਰਧਾਰਾ ਰੱਖਦਾ ਜਾਂ ਕੋਈ ਕਰੈਕਟ ਕਰਨਾ ਚਾਹੁੰਦਾ ਤੁਹਾਨੂੰ, ਤਾਂ ਉਹਦੀ ਗੱਲ ਸੁਣੀ ਚਾਹੀਦੀ ਆ ਤਸੱਲੀ ਦੇ ਨਾਲ, ਪਰ ਆਮ ਤੌਰ ਤੇ ਇਦਾਂ ਹੁੰਦੀ ਨਹੀਂ। ਤੇ ਉਧਰ ਸੁਖਬੀਰ ਸਿੰਘ ਬਾਦਲ ਹੁਣੇ ਵੀ ਕੱਲ ਕਹਿ ਦਿੱਤਾ ਵੀ ਨਹੀਂ ਸਿੱਧੂ ਸਾਹਿਬ ਕਿਸੇ ਇੱਕ ਪਾਰਟੀ 'ਚ ਟਿਕੇ ਨਹੀਂ ਸਕਦੇ। ਹਾਂਜੀ, ਇਹ ਤਾਂ ਦੇਖੋ ਇਦਾਂ ਆ ਵੀ ਨਹੀਂ ਟਿਕ ਸਕਦੇ। ਘੱਟੋ ਘੱਟ ਸਿੱਧੂ ਸਾਹਿਬ ਬਾਰੇ ਜਿਹੜੀਆਂ ਦੋ ਗੱਲਾਂ ਨੇ ਨਾ, ਮੋਟੇ ਤੌਰ ਤੇ ਉਹ ਇਮਾਨਦਾਰ ਨੇ। ਬਿਲਕੁਲ। ਅਗਲੀ ਗੱਲ ਇਹ ਵੀ ਉਹਨਾਂ ਨੂੰ ਕਿਸੇ ਕਿਸਮ ਦੀ ਭੁੱਖ ਨਹੀਂ ਪੈਸਾ ਇਕੱਠਾ ਕਰਨ ਦੀ, ਠੀਕ ਆ। ਜਦੋਂ ਇੱਕ ਵਾਰੀ ਵਾਗਡੋਰ ਆ ਜਾਂਦੀ ਹੈ ਨਾ ਹੱਥ, ਤੇ ਹਰ ਹੀਲੇ ਜਿਹੜੇ ਆ ਉਹ ਪੈਸਾ ਇਕੱਠਾ ਕੀਤਾ ਜਾਂਦਾ 2-3 ਚੋਂ ਪੁਸ਼ਤਾਂ ਜੋਗਾ। ਸਿੱਧੂ ਸਾਹਿਬ 'ਚ ਦੋਏ ਗੱਲਾਂ ਹੈ ਨਹੀਂ ਗਿਆ, ਔਰ ਓਨੈਸਟੀ ਉਹਨਾਂ ਦੀ ਤੇ ਕੋਈ ਕਿੰਤੂ ਪਰੰਤੂ ਨਹੀਂ ਕੀਤਾ। ਬਿਲਕੁਲ ਸਹੀ ਗੱਲ ਹੈ, ਠੀਕ ਆ। ਉਹ ਕੱਦਾਵਰ ਬੰਦਾ ਆ, ਠੀਕ ਆ। ਸਪੋਰਟਸਮੈਨ ਰਿਹਾ, ਸਾਰੀ ਉਮਰ ਕ੍ਰਿਕਟ ਖੇਡੀ ਆ, ਤੇ ਉਹਦੇ 'ਚ ਸਪੋਰਟਸਮੈਨਸ਼ਿਪ ਦੀ ਭਾਵਨਾ ਜਿਹੜੀ ਆ ਉਹ ਕੁੱਟ-ਕੁੱਟ ਕੇ ਭਰੀ ਹੋਈ ਆ, ਠੀਕ ਹੈ। ਉਹ ਆਮ ਆਗੂਆਂ ਵਰਗਾ ਆਗੂ ਨਹੀਂਗਾ। ਇਹ ਗੱਲ ਉਹਨੂੰ ਬਾਕੀਆਂ ਨਾਲੋਂ ਵੱਖਰੇ ਹੁੰਦੀ ਹੈਗੀ। ਸ਼ਾਇਦ ਇਹੀ ਕਾਰਨ ਆ ਵੀ ਉਹ ਹਮੇਸ਼ਾ ਹੀ ਆਪਣੇ ਵੱਲ ਨੂੰ ਤੋਪ ਦਾ ਮੂੰਹ ਮੋੜ ਦਿੰਦੇ ਵੀ ਭਾਈ ਪਹਿਲਾਂ ਮੈਂ ਘਰ ਸਾਫ਼ ਕਰ ਲਵਾਂ, ਬਾਕੀ ਕੰਮ ਬਾਅਦ ਚ ਕਰਨਾ, ਬਾਅਦ ਦੇ ਵਿੱਚ, ਠੀਕ ਆ। ਤੇ ਦੂਜੇ ਪਾਸੇ ਸੁਖਦੇਵ ਸਿੰਘ ਢੀਂਡਸਾ ਹੁਣੀ ਉਹ ਕਹਿੰਦੇ ਆ ਸਿੱਧੂ ਸਾਹਿਬ ਨੂੰ ਖੁੱਲਾ ਸੱਦਾ ਦਿੱਤਾ ਉਹਨਾਂ ਨੇ ਵੀ ਆਜੋ ਸਾਡੇ ਵੱਲ ਆਜੋ। ਉਹ ਇਹ ਇਸ ਤਰ੍ਹਾਂ ਵੀ ਸੁਣਨ ਚਾਹੁੰਦਾ ਸੁਖਦੇਵ ਸਿੰਘ ਢੀਂਡਸਾ ਹੋਰੀ ਹੁਣ ਕੇਂਦਰ ਨਾਲ ਵੀ ਗੱਲਬਾਤ ਕਰਨ ਜਾ ਰਹੇ ਹੈ, ਤਾਂ ਇੱਕ ਤਰ੍ਹਾਂ ਤਾਂ ਲੱਗਦਾ ਆ ਵੀ ਸੁਖਦੇਵ ਸਿੰਘ ਢੀਂਡਸਾ ਜਿੱਦਾਂ ਆਮ ਆਵਾਜ਼ਾਂ ਨੇ ਵੀ ਉਹ SGPC ਚੋਣਾਂ 'ਚ ਵੀ ਉਹਨਾਂ ਨੂੰ ਅੱਗੇ ਲਿਆਂਦਾ ਜਾ ਰਿਹਾ, ਹੁਣ ਉਹ ਕੇਂਦਰ ਨਾਲ ਵੀ ਗੱਲ ਚਲਾ ਰਹੇ ਨੇ। ਸੋ ਵਿਚਲੀ ਗੱਲ ਕੀ ਆ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ, ਠੀਕ ਆ। ਉਹਨਾਂ ਨੂੰ ਭਾਜਪਾ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ, ਠੀਕ ਹੈ, ਵੀ ਉਹ ਭਾਜਪਾ ਵੱਲੋਂ ਪਾਰੀ ਜਿਹੜੀ ਆ ਪੰਜਾਬ 'ਚ ਖੇਡਣਗੇ ਜੀ। ਸੋ ਅੱਜ ਦੇ ਖਬਰ ਜੰਕਸ਼ਨ ਪ੍ਰੋਗਰਾਮ 'ਚ ਇੰਨਾ ਹੀ। ਅਗਲੇ ਪ੍ਰੋਗਰਾਮ ਤੱਕ ਇਜਾਜ਼ਤ ਦਿਓ। ਸਤੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ। ਤੁਹਾਡਾ ਵੀ ਧੰਨਵਾਦ ਤੇਜਪਾਲ ਜੀ। ਇੱਥੇ ਆਉਂਦੇ ਆ ਔਰ ਵਿਚਾਰ ਰੱਖਣ ਦਾ ਮੌਕਾ ਮਿਲਦਾ ਜੀ।